ਭਾਰਤ ਦੇ ਈ-ਕਾਮਰਸ ਇਕੋਸਿਸਟਮ ਵਿੱਚ ਭਾਰੀ ਉਛਾਲ ਦੇ ਬਾਵਜੂਦ ਭਾਰਤ ਦੇ ਕੁੱਲ ਰਿਟੇਲ ਇਕੋਸਿਸਟਮ ਵਿੱਚ ਹਾਲੇ ਵੀ ਇਸ ਦਾ ਹਿੱਸਾ ਇਸ ਦੇ ਵਿਸ਼ਾਲ ਭੌਤਿਕ ਵਣਜ ਉਦਯੋਗ ਦੇ ਉਲਟ ਬਹੁਤ ਛੋਟਾ ਹੈ। ਇਹ ਹਿੱਸਾ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਹੋਰ ਹੇਠਾਂ ਚਲਾ ਜਾਂਦਾ ਹੈ। ਇਹ ਰੁਕਾਵਟ ਈ-ਕਾਮਰਸ ਵੈਲਿਊ ਚੇਨ ਦੀ ਮੌਜੂਦਾ ਪਲੇਟਫਾਰਮ ਕੇਂਦਰਿਤ ਸੰਚਾਰਨ ਵਿੱਚ ਮੌਜੂਦ ਹੈ, ਜਿੱਥੇ ਕਿ ਇੱਕ ਖਰੀਦਾਰ ਅਤੇ ਵਿਕਰੇਤਾ ਸਿਰਫ ਉਹਨਾਂ ਪਲੇਟਫਾਰਮਾਂ ਦੇ ਮਾਧਿਅਮ ਨਾਲ ਲੈਣ-ਦੇਣ ਕਰ ਸਕਦੇ ਹਨ ਜਿਨ੍ਹਾਂ ਤੇ ਉਹ ਦੋਨੋਂ ਸੂਚੀਬੱਧ ਹਨ। ਆਓ ਇਸ ਨੂੰ ਇੱਕ ਉਦਾਹਰਨ ਨਾਲ ਸਮਝਦੇ ਹਾਂ। ਇੱਕ ਖਰੀਦਾਰ ਨੂੰ ਕੁਝ ਚਾਹੀਦਾ ਹੈ। ਉਹ ਆਪਣੇ ਪਸੰਦੀਦਾ ਐਪ ਤੇ ਲੌਗਇਨ ਕਰਦਾ ਹੈ, ਆਈਟਮ ਦੀ ਖੋਜ ਕਰਦਾ ਹੈ ਅਤੇ ਖਰੀਦਣ ਲਈ ਸੀਮਿਤ ਵਿਕਲਪ ਪਾਉਂਦਾ ਹੈ। ਵਧੇਰੇ ਵਿਕਲਪ ਖੋਜਣ ਲਈ ਉਸ ਨੂੰ ਕੁਝ ਐਪਸ ਵਿੱਚ ਜੂਝਣਾ ਪੈਂਦਾ ਹੈ ਅਤੇ ਖਰੀਦਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਐਪਸ ਤੇ ਹੋਰ ਬਹੁਤ ਸਾਰੇ ਵਿਕਰੇਤਾ ਉਪਲਬਧ ਨਹੀਂ ਹਨ ਅਤੇ ਉਹ ਵਿਕਰੇਤਾ ਸੰਭਾਵਿਤ ਰੂਪ ਵਿੱਚ ਕੀਮਤ, ਗੁਣਵੱਤਾ ਅਤੇ ਵਿਤਰਨ ਦੇ ਮਾਮਲੇ ਵਿੱਚ ਉਸ ਨੂੰ ਬਿਹਤਰ ਵਿਕਲਪ ਮੁਹੱਈਆ ਕਰਵਾ ਸਕਦੇ ਸਨ। ਪਰ ਅਫਸੋਸ, ਉਸ ਕੋਲ ਉਹਨਾਂ ਨੂੰ ਖੋਜਣ ਦਾ ਕੋਈ ਤਰੀਕਾ ਨਹੀਂ ਹੈ। ਦੂਜੇ ਪਾਸੇ ਇੱਕ ਵਿਸ਼ੇਸ਼ ਵਿਕਰੇਤਾ ਆਮ ਤੌਰ ਤੇ ਸੀਮਤ ਸੰਖਿਆ ਵਿੱਚ ਐਪਸ ਉੱਤੇ ਖੁਦ ਨੂੰ ਸੂਚੀਬੱਧ ਕਰਦਾ ਹੈ। ਅੰਦਾਜ਼ਾ ਲਗਾਓ, ਅਜਿਹੇ ਕਈ ਹੋਰ ਐਪਸ ਹਨ ਜਿਨ੍ਹਾਂ ਨਾਲ ਖਰੀਦਾਰ ਉਨ੍ਹਾਂ ਹੀ ਵਸਤੂਆਂ ਦਾ ਆਰਡਰ ਕਰ ਰਹੇ ਹਨ ਜਿੱਥੇ ਕਿ ਉਹ ਰਜਿਸਟਰਡ ਨਹੀਂ ਹਨ। ਇਹ ਵਿਕਰੇਤਾ ਲਈ ਵੱਡੇ ਪੈਮਾਨੇ ਤੇ ਛੁੱਟਿਆ ਹੋਇਆ ਮੌਕਾ ਹੈ। ਇਸ ਤੋਂ ਇਲਾਵਾ ਵਿਕਰੇਤਾ ਉਨ੍ਹਾਂ ਐਪਸ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਵੀ ਬੱਝਿਆ ਹੁੰਦਾ ਹੈ ਜਿਨ੍ਹਾਂ ਨਾਲ ਉਹ ਵਿਕਰੀ ਕਰਦਾ ਹੈ ਅਤੇ ਇਹ ਕਹਿਣ ਦੀ ਲੋੜ ਨਹੀਂ ਕਿ ਜ਼ਿਆਦਾਤਰ ਵਿਕਰੇਤਾਵਾਂ ਲਈ ਆਪਣੇ ਖੁਦ ਦੇ ਪਲੇਟਫਾਰਮ ਦਾ ਨਿਰਮਾਣ ਕਰਨਾ ਸੰਭਵ ਨਹੀਂ ਹੈ, ਕਿਉਂਕਿ ਸੰਪੂਰਨ ਈ-ਕਾਮਰਸ ਵੈਲਿਊ ਚੇਨ ਸਥਾਪਿਤ ਕਰਨਾ ਜਟਿਲ ਅਤੇ ਮਹਿੰਗਾ ਹੈ। ਇਸ ਕਾਰਨ ਲੱਖਾਂ ਖਰੀਦਾਰ ਅਤੇ ਵਿਕਰੇਤਾ ਮੌਜੂਦਾ ਈ-ਕਾਮਰਸ ਮਾਡਲ ਨਾਲ ਨਹੀਂ ਜੁੜ ਪਾ ਰਹੇ ਹਨ। ONDC ਜਾਂ ਓਪਨ ਨੈਟਵਰਕ ਫਾਰ ਡਿਜੀਟਲ ਕਾਮਰਸ ਭਾਰਤ ਸਰਕਾਰ ਵੱਲੋਂ ਸਮਰਥਿਤ ਪਹਿਲ ਹੈ। ਇਹ ਇੱਕ ਨੈਟਵਰਕ ਆਧਾਰਿਤ ਓਪਨ ਪ੍ਰੋਟੋਕਾਲ ਹੈ ਜੋ ਕਿ ਸਾਰੇ ਖਰੀਦਾਰਾਂ ਨੂੰ ਨੈਟਵਰਕ ਤੇ ਸਾਰੇ ਵਿਕਰੇਤਾਵਾਂ ਨਾਲ ਨੈਟਵਰਕ ਨਾਲ ਜੋੜ ਕੇ ਭਾਰਤ ਵਿੱਚ ਈ-ਕਾਮਰਸ ਦੇ ਨਜ਼ਰੀਏ ਨੂੰ ਬਦਲ ਦੇਵੇਗਾ। ਇਹ ਇੱਕ ਇੰਟਰਆਪਰੇਬਲ ਪ੍ਰੋਟੋਕਾਲ ਦੇ ਮਾਧਿਅਮ ਨਾਲ ਹੁੰਦਾ ਹੈ ਜੋ ਕਿ ਈ-ਕਾਮਰਸ ਵੈਲਿਊ ਚੇਨ ਦੀ ਅਨਬੰਡਲਿੰਗ ਦੀ ਇਜਾਜ਼ਤ ਦਿੰਦਾ ਹੈ। ਇਹ ਇੱਕ ਐਪ ਦਾ ਉਪਯੋਗ ਕਰਨ ਵਾਲੇ ਖਰੀਦਾਰ ਨੂੰ ਇੱਕ ਅਲੱਗ ਐਪ ਤੇ ਸੂਚੀਬੱਧ ਵਿਕਰੇਤਾ ਨਾਲ ਲੈਣ-ਦੇਣ ਕਰਨ ਵਿੱਚ ਸੁਤੰਤਰ ਰੂਪ ਵਿੱਚ ਸਮਰਥ ਕਰੇਗਾ, ਜਦੋਂ ਤੱਕ ਕਿ ਦੋਨੋਂ ਐਪ ONDC ਨੈਟਵਰਕ ਤੇ ਹਨ। ONDC ਡਿਜੀਟਲ ਭੁਗਤਾਨ ਲਈ UPI ਦੇ ਕੰਮ ਕਰਨ ਦੇ ਤਰੀਕੇ ਸਮਾਨ ਹੈ, ਜਿੱਥੇ ਕਿ ਭੇਜਣ ਵਾਲੇ ਅਤੇ ਹਾਸਲ ਕਰਨ ਵਾਲੇ ਦੇ ਅਲੱਗ-ਅਲੱਗ ਬੈਂਕ ਹੋ ਸਕਦੇ ਹਨ ਅਤੇ ਅਲੱਗ-ਅਲੱਗ ਐਪ ਉੱਤੇ ਵੀ ਹੋ ਸਕਦੇ ਹਨ, ਪਰ ਫਿਰ ਵੀ ਲੈਣ-ਦੇਣ ਹੋ ਸਕਦਾ ਹੈ। ਇਸ ਤਰ੍ਹਾਂ ONDC ਉੱਤੇ ਖਰੀਦਾਰ ਅਤੇ ਵਿਕਰੇਤਾ ਅਲੱਗ-ਅਲੱਗ ਐਪ ਉੱਤੇ ਹੋ ਸਕਦੇ ਹਨ ਅਤੇ ਫਿਰ ਵੀ ਲੈਣ-ਦੇਣ ਕਰ ਸਕਦੇ ਹਨ। ONDC ਨੂੰ ਈ-ਕਾਮਰਸ ਉਦਯੋਗ ਵਿੱਚ ਅਗਲੀ ਵੱਡੀ ਕ੍ਰਾਂਤੀ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਆਓ ਸਮਝਦੇ ਹਾਂ ਕਿ ਇੱਕ ਆਮ ਖਰੀਦਾਰ ONDC ਤੋਂ ਕਿਵੇਂ ਲਾਭ ਹਾਸਲ ਕਰ ਸਕਦਾ ਹੈ। ਇੱਕ ਖਰੀਦਾਰ ਚੈਟ ਵਿਜੇਟ, ਐਪ, IVR ਹੱਲ ਜਾਂ ਇੱਕ ਵੈਬਸਾਈਟ ਮੂਲ ਰੂਪ ਵਿੱਚ ਕਿਸੇ ਵੀ ਤਰ੍ਹਾਂ ਦੀ ਐਪਲੀਕੇਸ਼ਨ ਦੇ ਮਾਧਿਅਮ ਨਾਲ ਨੈਟਵਰਕ ਨਾਲ ਜੁੜ ਸਕਦਾ ਹੈ ਅਤੇ ਕਿਸੇ ਆਈਟਮ ਦੀ ਖੋਜ ਕਰ ਸਕਦਾ ਹੈ। ONDC ਗੇਟਵੇ ਬਹੁ ਡੋਮੇਨ ਰਜਿਸਟਰੀ ਦੀ ਜਾਂਚ ਕਰਦਾ ਹੈ ਅਤੇ ਖੋਜੀ ਗਈ ਆਈਟਮ ਦੀ ਸ਼੍ਰੇਣੀ ਦੇ ਅਨੁਸਾਰ ਇਸ ਖੋਜ ਨੂੰ ਵੱਡੀ ਸੰਖਿਆ ਵਿੱਚ ਵਿਕਰੇਤਾਵਾਂ ਤੱਕ ਪ੍ਰਸਾਰਿਤ ਕਰਦਾ ਹੈ। ਇਨ੍ਹਾਂ ਵਿਕਰੇਤਾਵਾਂ ਨੂੰ ਕਿਸੇ ਵੀ ਨੈਟਵਰਕ ਤੇ ਐਪ ਤੇ ਸੂਚੀਬੱਧ ਕੀਤਾ ਜਾ ਸਕਦਾ ਹੈ। ਖੋਜ ਨਤੀਜੇ ਖਰੀਦਾਰ ਨੂੰ ਚੁਣਨ ਲਈ ਕਈ ਵਿਕਲਪ ਦਿਖਾਉਂਦੇ ਹਨ। ਉਹ ਉਸ ਨੂੰ ਚੁਣਦੀ ਹੈ ਜਿਸ ਨੂੰ ਉਹ ਸਭ ਤੋਂ ਜ਼ਿਆਦਾ ਪਸੰਦ ਕਰਦੀ ਹੈ। ਫਿਰ ਉਹ ਡਿਲੀਵਰੀ ਦੇ ਵਿਕਲਪਾਂ ਦੀ ਤਲਾਸ਼ ਕਰਦੀ ਹੈ। ਗੇਟਵੇ ਉਸ ਦੇ ਸਥਾਨ ਦੇ ਵੇਰਵੇ ਦੇ ਨਾਲ-ਨਾਲ ਵਿਕਰੇਤਾ ਤੇ ਸਾਰੇ ਲੌਜਿਸਟਿਕਸ ਪ੍ਰੋਵਾਈਡਰਸ ਲਈ ਇੱਕ ਅਪੀਲ ਪ੍ਰਸਾਰਿਤ ਕਰਦਾ ਹੈ ਜੋ ਕਿ ਦੋਨਾਂ ਸਥਾਨਾਂ ਤੇ ਸੇਵਾ ਮੁਹੱਈਆ ਕਰਾਉਂਦਾ ਹੈ। ਖੋਜ ਨਤੀਜੇ ਉਸ ਨੂੰ ਚੁਣਨ ਲਈ ਕਈ ਡਿਲੀਵਰੀ ਵਿਕਲਪ ਦਿਖਾਉਂਦੇ ਹਨ। ਉਹ ਉਹਨਾਂ ਵਿਕਰੇਤਾਵਾਂ ਨੂੰ ਵੀ ਚੁਣ ਸਕਦੀ ਹੈ ਜੋ ਕਿ ਖੁਦ ਉਤਪਾਦ ਵਿਤਰਿਤ ਕਰ ਸਕਦੇ ਹਨ ਜਾਂ ਉਹ ਹੋਰ ਵਿਤਰਨ ਸਰਵਿਸ ਪ੍ਰੋਵਾਈਡਰਸ ਵਿੱਚੋਂ ਵੀ ਚੁਣ ਸਕਦੀ ਹੈ। ਉਹ ਸਭ ਤੋਂ ਵਧੀਆ ਵਿਕਲਪ ਚੁਣਦੀ ਹੈ। ਫਿਰ ਉਹ ਚੈੱਕਆਊਟ ਪੇਜ ਤੇ ਜਾਂਦੀ ਹੈ ਅਤੇ ਭੁਗਤਾਨ ਦੇ ਆਪਣੇ ਪਸੰਦੀਦਾ ਤਰੀਕੇ ਦੇ ਨਾਲ ਭੁਗਤਾਨ ਕਰਨ ਦੇ ਪਹਿਲੇ ਵੇਰਵੇ ਦੀ ਪੁਸ਼ਟੀ ਕਰਦੀ ਹੈ। ਉਹ ਲੈਣ-ਦੇਣ ਪੂਰਾ ਕਰਦੀ ਹੈ ਅਤੇ ਪੈਸਾ ਦੋਨਾਂ ਪੱਖਾਂ ਦੁਆਰਾ ਹਾਸਲ ਕੀਤਾ ਜਾਂਦਾ ਹੈ। ਇਹ ਵਧੀਆ ਹੈ ਨਾ? ਆਓ ਇੱਕ ਹੋਰ ਉਦਾਹਰਨ ਦੇਖੀਏ ਜਿੱਥੇ ਕਿ ਇੱਕ ਖਰੀਦਾਰ ਨੂੰ ਕਈ ਉਤਪਾਦਾਂ ਅਤੇ ਸੇਵਾਵਾਂ ਦਾ ਆਰਡਰ ਕਰਨ ਦੀ ਲੋੜ ਪੈਂਦੀ ਹੈ। ਰਾਜ ਕੰਮਕਾਜ ਲਈ ਕੇਰਲ ਜਾ ਰਿਹਾ ਹੈ ਅਤੇ ਉਸ ਨੂੰ ਕੁਝ ਸੂਟਕੇਸ, ਫਲਾਈਟ ਟਿਕਟ, ਬੁਨਿਆਦੀ ਮਲਿਆਲਮ ਲਈ ਇੱਕ ਕੋਰਸ ਖਰੀਦਣ ਦੀ ਜ਼ਰੂਰਤ ਹੈ ਅਤੇ ਇੱਕ ਹੋਮ ਸਟੇ ਵੀ ਬੁੱਕ ਕਰਨਾ ਹੈ। ONDC ਬਗੈਰ ਉਸ ਨੂੰ ਘੱਟ ਤੋਂ ਘੱਟ 4 ਅਲੱਗ-ਅਲੱਗ ਐਪਸ ਨਾਲ ਅਜਿਹਾ ਕਰਨਾ ਪਵੇਗਾ। ONDC ਨਾਲ ਉਹ ਆਪਣੀ ਪਸੰਦ ਦੀ ਕਿਸੇ ਵੀ ਐਪ ਤੇ ਲੌਗਇਨ ਕਰ ਸਕਦਾ ਹੈ ਅਤੇ ਇਹਨਾਂ ਸਾਰਿਆਂ ਨੂੰ ਇੱਕ ਹੀ ਚੈੱਕਆਊਟ ਅਨੁਭਵ ਤੇ ਬੁੱਕ ਕਰ ਸਕਦਾ ਹੈ।
ਆਓ ਹੁਣ ਦੇਖਦੇ ਹਾਂ ਕਿ ONDC ਨਾਲ ਵਿਕਰੇਤਾਵਾਂ ਨੂੰ ਕਿਵੇਂ ਲਾਭ ਹੋਵੇਗਾ। ONDC ਦੇ ਨਾਲ ਵਿਕਰੇਤਾਵਾਂ ਨੂੰ ਸੰਪੂਰਨ ਵੈਲਿਊ ਚੇਨ ਤੱਕ ਘੱਟ ਲਾਗਤ ਵਾਲੀ ਪਹੁੰਚ ਹਾਸਲ ਹੁੰਦੀ ਹੈ। ਇੱਕ ਵਿਕਰੇਤਾ ਨੂੰ ਨੈਟਵਰਕ ਉੱਤੇ ਕਿਸੇ ਵੀ ਐਪ ਦੇ ਮਾਧਿਅਮ ਨਾਲ ਸਿਰਫ ਇੱਕ ਵਾਰ ਰਜਿਸਟਰ ਕਰਨਾ ਪੈਂਦਾ ਹੈ ਅਤੇ ਉਹ ਨੈਟਵਰਕ ਉੱਤੇ ਸਾਰੀਆਂ ਐਪਲੀਕੇਸ਼ਨਾਂ ਦੇ ਮਾਧਿਅਮ ਨਾਲ ਸੰਪੂਰਨ ਖਰੀਦਦਾਰ ਸਮੂਹ ਤੱਕ ਪਹੁੰਚਣ ਯੋਗ ਹੋ ਜਾਂਦਾ ਹੈ। ONDC ਉੱਤੇ ਵਿਕਰੇਤਾ ਇਹ ਚੁਣ ਸਕਦੇ ਹਨ ਕਿ ਉਹ ਕਿਹਨਾਂ ਨਿਯਮਾਂ ਅਤੇ ਸ਼ਰਤਾਂ ਤੇ ਕੰਮ ਕਰਨਾ ਚਾਹੁੰਦੇ ਹਨ। ਇਹਨਾਂ ਸਾਰੇ ਫਾਇਦਿਆਂ ਨਾਲ ਵਿਕਰੇਤਾ ਦੇ ਲਾਭ ਵਿੱਚ ਵਾਧਾ ਹੁੰਦਾ ਹੈ। ਅੱਜ ਦੀ ਪਲੇਟਫਾਰਮ ਕੇਂਦਰਿਤ ਦੁਨੀਆ ਵਿੱਚ ਵਿਕਰੇਤਾਵਾਂ ਨੂੰ ਪਲੇਟਫਾਰਮ ਦੁਆਰਾ ਪੇਸ਼ ਕੀਤੇ ਜਾਣ ਵਾਲੇ ਦੁਆਰਾ ਪ੍ਰਤੀਸਥਾਪਿਤ ਕੀਤੇ ਜਾਣ ਦਾ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਖਰੀਦਦਾਰ ਸਮੂਹ ਤੱਕ ਪਹੁੰਚ ਗਵਾ ਦਿੰਦੇ ਹਨ। ਦੂਜੇ ਪਾਸੇ ONDC ਇਸ ਪ੍ਰਤੀਸਥਾਪਨ ਦੇ ਜੋਖਮ ਨੂੰ ਸਮਾਪਤ ਕਰਦਾ ਹੈ। ਵਿਕਰੇਤਾ ਅਗਲੇ ਵਿਕਰੇਤਾ ਐਪ ਤੇ ਜਾ ਸਕਦਾ ਹੈ ਅਤੇ ਇਸ ਲਈ ਕਿਸੇ ਵੀ ਖਰੀਦਦਾਰ ਤੱਕ ਆਪਣੀ ਪਹੁੰਚ ਨਹੀਂ ਗਵਾਉਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਸਾਰੇ ਖਰੀਦਦਾਰਾਂ ਨੂੰ ਦੇਖਣਾ ਜਾਰੀ ਰੱਖ ਸਕਦਾ ਹੈ। ਵਿਕਰੇਤਾ ਇੱਕ ਨੈਟਵਰਕ ਵਿਆਪੀ ਵਕਾਰ ਵੀ ਬਣਾਈ ਰੱਖ ਸਕਦਾ ਹੈ, ਜਿਸ ਦਾ ਅਰਥ ਇਹ ਹੈ ਕਿ ਜਦੋਂ ਤੁਸੀਂ ਕਿਸੇ ਵੱਖਰੇ ਵਿਕਰੇਤਾ ਐਪ ਦੇ ਮਾਧਿਅਮ ਨਾਲ ਜੁੜੇ ਹੋ ਤਾਂ ਵੀ ਤੁਹਾਡਾ ਵਕਾਰ ਬਰਕਰਾਰ ਰਹੇਗਾ। ONDC ਨਾਲ ਵਿਕਰੇਤਾਵਾਂ ਨੂੰ ਆਪਣੇ ਵਪਾਰ ਵਿੱਚ ਕਾਰਵਾਈਯੋਗ ਅੰਤਰਦ੍ਰਿਸ਼ਟੀ ਹਾਸਲ ਕਰਨ ਲਈ ਵਿਕਰੇਤਾ ਐਪ ਤੋਂ ਖੁਸ਼ਹਾਲ ਵਪਾਰ ਵਾਧਾ ਵਿਸ਼ਲੇਸ਼ਣ ਵੀ ਹਾਸਲ ਹੋਏਗਾ। ਇੱਕ ਟੈਕਨੋਲੋਜੀ ਕੰਪਨੀ ਦੇ ਰੂਪ ਵਿੱਚ ਤੁਸੀਂ ਖੁਦ ਨੂੰ ONDC ਨੈਟਵਰਕ ਉੱਤੇ ਇੱਕ ਟੈਕਨੋਲੋਜੀ ਪ੍ਰੋਵਾਈਡਰ ਦੇ ਰੂਪ ਵਿੱਚ ਸੂਚੀਬੱਧ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਤੁਰੰਤ ਨੈਟਵਰਕ ਤੇ ਮੌਜੂਦਾ ਵੱਡੀ ਸੰਖਿਆ ਵਿੱਚ ਅਜਿਹੇ ਹੋਰ ਐਪਸ ਲਈ ਖੋਜਯੋਗ ਹੋ ਜਾਂਦੇ ਹੋ। ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ। ਮੰਨ ਲਓ ਤੁਸੀਂ ਇੱਕ ਇਮੇਜ ਪ੍ਰੋਸੈਸਿੰਗ ਆਧਾਰਿਤ ਕੈਟਲੌਗ ਨਿਰਮਾਣ ਉਪਕਰਣ ਬਣਾਇਆ ਹੈ ਅਤੇ ਤੁਸੀਂ ਆਪਣੇ ਤਕਨੀਕੀ ਹੱਲ ਨੂੰ ONDC ਨਾਲ ਸੂਚੀਬੱਧ ਕਰਦੇ ਹੋ। ਨੈਟਵਰਕ ਉੱਤੇ ਵਿਕਰੇਤਾ ਐਪਸ ਆਪਣੇ ਵਿਕਰੇਤਾਵਾਂ ਲਈ ਕੈਟਲੌਗ ਬਣਾਉਣ ਲਈ ਤੁਹਾਡੀ ਤਕਨੀਕ ਦਾ ਲਾਭ ਉਠਾ ਸਕਦੇ ਹਨ। ਇੱਕ ਵਿਕਰੇਤਾ ਕਿਸੇ ਉਤਪਾਦ ਦੀ ਸਿਰਫ ਇੱਕ ਤਸਵੀਰ ਕਲਿੱਕ ਕਰਦਾ ਹੈ ਅਤੇ ਆਈਟਮ ਸੁਚਾਲਿਤ ਰੂਪ ਵਿੱਚ ਕਈ ਭਾਸ਼ਾਵਾਂ ਵਿੱਚ ਪਛਾਣੀ ਜਾਂਦੀ ਹੈ। ਉਹ ਮੁੱਲ ਨਿਰਧਾਰਨ ਵੇਰਵਾ ਜੋੜਦਾ ਹੈ ਅਤੇ ਹੋਰਾਂ ਨਾਲ ਉਤਪਾਦਨ ਲਈ ਤੁਰੰਤ ਕੈਟਲੌਗ ਬਣਾਉਣ ਲਈ ਇਸ ਪ੍ਰਕਿਰਿਆ ਨੂੰ ਦੁਹਰਾਉਂਦਾ ਹੈ। ਇੱਕ ਟੈਕਨੋਲੋਜੀ ਪ੍ਰੋਵਾਈਡਰ ਦੇ ਰੂਪ ਵਿੱਚ ਉਹ ਤੁਹਾਨੂੰ ਵੱਖ-ਵੱਖ ਜੁੜਾਵ ਮਾਡਲ ਦੇ ਮਾਧਿਅਮ ਨਾਲ ਤਤਕਾਲ ਮੁਦਰੀਕਰਨ ਦੇ ਮੌਕੇ ਮੁਹੱਈਆ ਕਰਾਉਂਦਾ ਹੈ। ਕੀ ਇਹ ਤੁਹਾਡੀ ਗੋ ਟੂ ਮਾਰਕੀਟ ਰਣਨੀਤੀ ਨੂੰ ਉਤਸ਼ਾਹਿਤ ਕਰਨ ਅਤੇ ਕੁਝ ਹੀ ਸਮੇਂ ਵਿੱਚ ਆਪਣੇ ਵਪਾਰ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਤਰੀਕਾ ਨਹੀਂ ਹੈ? ਤਾਂ ਤੁਸੀਂ ONDC ਨੈਟਵਰਕ ਦਾ ਹਿੱਸਾ ਕਿਵੇਂ ਬਣਦੇ ਹੋ? ਇੱਕ ਈ-ਕਾਮਰਸ ਖਿਡਾਰੀ ਦੇ ਰੂਪ ਵਿੱਚ ਤੁਸੀਂ ਨੈਟਵਰਕ ਵਿੱਚ ਇੱਕ ਜਾਂ ਇੱਕ ਤੋਂ ਵੱਧ ਭੂਮਿਕਾਵਾਂ ਅਪਣਾ ਸਕਦੇ ਹੋ ਅਤੇ ਇਸ ਦੀ ਵੱਧਦੀ ਹੋਈ ਪਹੁੰਚ ਦਾ ਲਾਭ ਉਠਾ ਸਕਦੇ ਹੋ। ਤੁਸੀਂ ਇੱਕ ਖਰੀਦਾਰ ਐਪਲੀਕੇਸ਼ਨ ਦੇ ਰੂਪ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ONDC ਨੈਟਵਰਕ ਤੇ ਕਿਸੇ ਵੀ ਵਿਕਰੇਤਾ ਨਾਲ ਖਰੀਦਣ ਲਈ ਆਪਣੀ ਐਪਲੀਕੇਸ਼ਨ ਦਾ ਉਪਯੋਗ ਕਰਨ ਲਈ ਆਪਣਾ ਖਰੀਦਾਰ ਆਧਾਰ ਹਾਸਲ ਕਰ ਸਕਦੇ ਹੋ। ਤੁਸੀਂ ਵਿਕਰੇਤਾ ਐਪਲੀਕੇਸ਼ਨ ਦੇ ਰੂਪ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਵਪਾਰੀਆਂ ਅਤੇ ਵਿਕਰੇਤਾਵਾਂ ਨੂੰ ਪਹਿਲਾਂ ਤੋਂ ਹੀ ਨੈਟਵਰਕ ਤੇ ਮੌਜੂਦ ਇੱਕ ਵੱਡੇ ਖਰੀਦਾਰ ਆਧਾਰ ਤੱਕ ਪਹੁੰਚ ਸਕਦੇ ਹੋ। ਤੁਸੀਂ ਗੇਟਵੇ ਦੇ ਰੂਪ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਅਤੇ ਕਿਸੇ ਵਿਸ਼ੇਸ਼ ਡੋਮੇਨ ਜਾਂ ਸਥਾਨ ਵਿੱਚ ਖਰੀਦਾਰ ਐਪਸ ਨਾਲ ਵਿਕਰੇਤਾ ਐਪਸ ਤੱਕ ਖੋਜ ਕੁਐਰੀ ਪ੍ਰਸਾਰਿਤ ਕਰ ਸਕਦੇ ਹੋ। ਜਾਂ ਤੁਸੀਂ ਇੱਕ ਟੈਕਨੋਲੋਜੀ ਪ੍ਰੋਵਾਈਡਰ ਦੇ ਰੂਪ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਵੱਡੀ ਸੰਖਿਆ ਵਿੱਚ ਈ-ਕਾਮਰਸ ਖਿਡਾਰੀਆਂ ਤੱਕ ਤੁਰੰਤ ਪਹੁੰਚ ਸਕਦੇ ਹੋ ਜੋ ਤੁਹਾਡੀ ਤਕਨੀਕ ਦਾ ਉਪਯੋਗ ਕਰ ਸਕਦੇ ਹਨ। ONDC DPIIT ਵਾਣਿਜ ਮੰਤਰਾਲੇ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਨੈਟਵਰਕ ਦਾ ਪ੍ਰਬੰਧਨ ਇੱਕ ਗੈਰ ਲਾਭਕਾਰੀ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ ਜੋ ਕਿ ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਦੁਆਰਾ ਸਮਰਥਿਤ ਹੈ। ਇਸ ਪਹਿਲ ਨੂੰ ਮੰਨੇ ਪਰਮੰਨੇ ਵਿਅਕਤੀਆਂ ਨਾਲ ਬਣੀ ਸਲਾਹਕਾਰ ਕਾਉਂਸਲ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ONDC ਅਸਲੀਅਤ ਵਿੱਚ ਮੇਡ ਇਨ ਇੰਡੀਆ ਡਿਜੀਟਲ ਕ੍ਰਾਂਤੀ ਹੈ ਅਤੇ ਇਸ ਨੂੰ ਇੱਕ ਅਨੁਭਵੀ ਅਗਵਾਈ ਟੀਮ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ। ONDC ਬਾਰੇ ਵਧੇਰੀ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰੋ ਜਾਂ ਫਿਰ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰੋ।